ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ। ਮੈਂ ਹਾਂ ਗਗਨਦੀਪ ਸਿੰਘ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਭਾਜਪਾ ਆਗੂਆਂ ਨੂੰ ਮੀਟਿੰਗ ਦੇ ਲਈ ਸੱਦਾ ਆ ਚੁੱਕਿਆ ਹੈ। ਇਹ ਬੈਠਕ ਹੋਣੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਭਾਜਪਾ ਦੇ ਆਗੂਆਂ ਦੇ ਵਿਚਕਾਰ। ਇਸ ਮੀਟਿੰਗ ਦੇ ਵਿੱਚ ਵੱਡੀ ਚਰਚਾ ਹੋ ਸਕਦੀ ਹੈ। ਵੱਡੇ ਸਵਾਲ ਵੀ ਇਸ ਮੀਟਿੰਗ ਦੇ ਉੱਤੇ ਖੜੇ ਹੁੰਦੇ ਨੇ ਕਿ ਆਖਿਰਕਾਰ ਬੀਤੀ ਰਾਤ ਕਿਸਾਨਾਂ ਅਤੇ ਕੇਂਦਰ ਦੇ ਵਿਚਕਾਰ ਲਈ ਬੈਠਕ ਬੇਸਿੱਟਾ ਰਹਿੰਦੀ ਹੈ। ਉਸ ਤੋਂ ਅਗਲੇ ਦਿਨ ਹੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਆਗੂਆਂ ਨੂੰ ਮੀਟਿੰਗ ਦੇ ਲਈ ਸੱਦਦੇ ਨੇ ਜਿਨ੍ਹਾਂ ਨੇ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੇ ਵਿਚਕਾਰ ਗੱਲਬਾਤ ਦੇ ਲਈ ਪੁਲ ਦਾ ਕੰਮ ਕੀਤਾ। ਇਹਨਾਂ ਦੇ ਵਿੱਚ ਨਾਮ ਹੈ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਗਰੇਵਾਲ ਦਾ। ਇਹਨਾਂ ਦੋਹਾਂ ਆਗੂਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਦੇ ਲਈ ਸੱਦਿਆ। ਹਾਲਾਂਕਿ ਦੱਸ ਦਈਏ ਕਿ ਇਹਨਾਂ ਦੋਹਾਂ ਆਗੂਆਂ ਨੇ ਆਨਲਾਈਨ ਤਰੀਕੇ ਦੇ ਰਾਹੀਂ ਮਿਲਣ ਦਾ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗਿਆ ਸੀ, ਜੋ ਸਮਾਂ ਇਹਨਾਂ ਨੂੰ ਮਿਲਿਆ ਹੈ ਜਿਸ ਦੇ ਤਹਿਤ ਇਹ ਗੱਲਬਾਤ ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਜਾਣਗੇ। ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਹੈ ਕਿ ਉੱਥੇ ਜਾ ਕੇ ਕਿਸਾਨਾਂ ਦੇ ਮਸਲੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਚਰਚਾ ਕਰਾਂਗੇ। ਪਹਿਲਾਂ ਤੁਹਾਨੂੰ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਗਰੇਵਾਲ ਦੀ ਗੱਲ ਸੁਣਾਉਂਦੇ ਹਾਂ ਤੇ ਫਿਰ ਇਸ ਦੇ ਉੱਤੇ ਵਿਚਾਰ ਚਰਚਾ ਜਿਹੜੀ ਵਿਸਥਾਰ ਦੇ ਨਾਲ ਕਰਾਂਗੇ। बात यह कि किसान कुछ जिद जी कर रहे हैं ना, जिद उन्होंने छड़नी पड़ेगी। वो कहते कानून वापस लियो। सरकार कहती है कानून वापस नहीं लीते जा सकते, इस करके तुसी जो शोध कराना चाहते हो करा लो। सरकार की कोई अड़ी नहीं है, असी कानून अड़ी करके किसी ने नियमां दिखाण करके नहीं है। तो कानून किन्ने कानून बने ने, कानूनों के हर बार शोध हुई है, ऐतकी भी शोध करा लो और किसान का जो भला कराना करा लो। तो ये जी मीटिंग जी है 10-15 दिन लेट हुई सी। 8 तारीख की अमित शाह जी नाल मीटिंग सी। इन्होंने कहता यस और नो, जो यस नो कहता तो वो फिर मीटिंग का हल कोई रह नहीं जाता। फिर किसान जथेबंदियां ने आप दे मूँह गल कही सी, तुहाडे बयान मीडिया राही कहा सी कि असी सरकार दे नाल यस नो तो अगे बढ़ के गल करनी चाहते हैं। तो यस नो तो अगे गल करके करनी चाहते हैं, तो फिर उन्होंने वो गल छड़ देनी चाहिए है जी जिद कर रहे। किहदे नाल? साडे नाल तो किते जांदी नहीं। साडे नाल जांदी हुंदी तां असीं इन्नी देर लांदे ही नहीं, असीं फैसला उदों ही करा देना सी। एक ही है कि 40 जथेबंदियां इकट्ठी हो गई। ये मैनूं लगदा है भी लीडर नहीं है कोई। अगे जिन्नी भी मूवमेंट होंदी है वो लीडर होंदा, एक लीडर होंदा बैठे गल करदा है। ये 40 दे 40 इकट्ठे जाना चाहते हैं। 40 बंदियां दे विच गल किस तरह होंदी है वो तुहानूं पता है। फिर गल मुकदी नहीं, गल और समस्या पैदा हो जाती है। वो तो पता ही उन्होंने सारा। मैं की असीं तां जो टाइम लिया टाइम दे असीं तां उन्होंने मिल के आवांगे। साडा लीडर है वो, साडे प्रभारी भी रहे। असीं मैं जदों जिला प्रधान सी ਅਸੀਂ ਆਪਦੀ ਗੱਲ ਕਰਾਂਗੇ ਉਹਦੇ ਨਾਲ, ਜੋ ਸਾਨੂੰ ਪੁੱਛਣਗੇ ਦੱਸਾਂਗੇ, ਅਸੀਂ ਉਹਨਾਂ ਕੋਲ ਪੁੱਛਾਂਗੇ ਉਹ ਦੱਸਣਗੇ। ਤਾਂ ਅਸੀਂ ਕੋਈ ਉਹਨਾਂ ਨੂੰ ਸਮਝਾਉਣ ਥੋੜ੍ਹੇ ਜਾ ਰਿਹਾ, ਦੱਸਣ ਥੋੜ੍ਹੇ ਜਾ ਰਿਹਾ। ਉਹ ਸਭ ਜਾਣ ਨੇ, ਉਹ ਸਭ ਜਾਣਦੇ, ਦੁਨੀਆ ਬਾਰੇ ਜਾਣਦੇ, ਕਿਸਾਨ ਬਾਰੇ, ਮਜ਼ਦੂਰ ਬਾਰੇ ਜਾਣਦੇ। ਸਾਡੇ ਦੱਸਣ ਦੀ ਲੋੜ ਮਿਲ ਰਹੇ ਆ ਤੇ ਉਹ ਦੁਨੀਆ ਦੇ ਸਭ ਤੋਂ ਬੜੇ ਤਾਕਤਵਰ ਲੀਡਰ ਨੇ। ਸਾਡੇ ਲਈ ਫਖਰ ਦੀ ਗੱਲ ਆ ਕਿ ਸਾਨੂੰ ਉਹਨਾਂ ਨੇ ਸਮਾਂ ਦਿੱਤਾ ਤੇ ਉਹ ਸਾਰੀ ਪਬਲਿਕ ਨੂੰ ਹੀ ਦਿੰਦੇ ਆ ਜਿਹੜੇ ਟਾਈਮ ਮੰਗ ਲਏ। ਤੇ ਉਸੇ ਤਰ੍ਹਾਂ ਰੂਟੀਨ ਮੀਟਿੰਗ ਆ, ਉਹਦੇ 'ਚ ਅਸੀਂ ਮਿਲ ਰਹੇ ਹਾਂ, ਮੈਂ ਤੇ ਸੁਰਜੀਤ ਕੁਮਾਰ ਜਾਣੀ ਜੀ। ਤੇ ਨੈਚੁਰਲੀ ਅਸੀਂ ਉਹਨਾਂ ਦੇ ਕਾਰਜਕਰਤਾ, ਤਾਂ ਕੋਈ ਵੀ ਗੱਲ ਹੋ ਸਕਦੀ ਹੈ ਕਾਰਜਕਰਤਾ ਦੇ ਲੀਡਰ ਦੇ ਦਰਮਿਆਨ। ਕੀ ਗੱਲਬਾਤ ਹੋਊਗੀ? ਅੱਛੀ ਗੱਲਬਾਤ ਹੋਊਗੀ, ਜੋ ਵੀ ਹੋਊਗੀ ਦੇਸ਼ ਦੇ ਹਿੱਤ 'ਚ ਹੀ ਅਸੀਂ ਗੱਲਾਂ ਕਰਦੇ ਹਾਂ। ਜਦੋਂ ਆਪਸ 'ਚ ਮਿਲਦੇ ਹਾਂ ਸਮਾਜ ਦੇ ਭਲੇ 'ਚ ਹੀ ਕਰਦੇ ਹਾਂ। ਪ੍ਰਧਾਨ ਮੰਤਰੀ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ, ਅਸੀਂ ਉਹ ਲੈ ਕੇ ਲੋਕਾਂ 'ਚ ਜਾਵਾਂਗੇ। ਤੇ ਸਾਡੇ ਲਈ ਇਹ ਫਖਰ ਦੀ ਗੱਲ ਆ ਕਿ ਉਹ ਸਾਨੂੰ ਆਸ਼ੀਰਵਾਦ ਦੇਣ ਲਈ, ਆਸ਼ੀਰਵਚਨ ਦੇਣ ਲਈ ਅੱਜ ਮਿਲ ਰਹੇ। ਬਾਈਕਾਟ ਕਿਸੇ ਦਾ ਨਹੀਂ ਹੋ ਰਿਹਾ। ਜੇ ਮੈਂ ਤੁਹਾਡਾ ਇਕੱਲਾ ਬੈਨਰ ਲਾ ਦਿੰਦਾ ਇੱਥੇ ਕਿ ਤੁਹਾਡਾ ਬਾਈਕਾਟ ਕਰਤਾ 10 ਬੰਦੇ ਲੈ ਕੇ, ਤੇ ਤੁਹਾਡਾ ਬਾਈਕਾਟ ਹੋ ਗਿਆ। ਤੁਹਾਨੂੰ ਬਾਕੀ ਸੋਸਾਇਟੀ ਤਾਂ ਸਾਰੀ ਮੰਨਦੀ ਹੈ ਨਾ। ਇਸ ਲਈ ਇਹਨਾਂ ਚੀਜ਼ਾਂ ਦਾ ਪ੍ਰਚਾਰ ਪ੍ਰਸਾਰ ਵੀ ਨਹੀਂ ਹੋਣਾ ਚਾਹੀਦਾ। ਔਰ ਇਹ ਬਾਈਕਾਟ ਕਿਹਦੇ ਵੱਲੋਂ ਕਰਵਾਇਆ ਜਾ ਰਿਹਾ? ਇਹ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਕਰ ਰਹੀ ਹੈ ਸਾਰਾ ਕੁਝ। ਇਹ ਕਿਸਾਨ ਨਹੀਂ ਕਰ ਰਹੇ ਔਰ ਗੁੰਡਿਆਂ ਤੋਂ ਕਰਵਾ ਰਹੇ ਹੈ। ਸੁਣਿਆ ਤੁਸੀਂ ਕਿ ਆਖਿਰਕਾਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਗੱਲਾਂ ਬਾਤਾਂ ਨੇ ਜੋ ਇਹਨਾਂ ਭਾਜਪਾ ਦੇ ਆਗੂਆਂ ਦੇ ਵੱਲੋਂ ਕੀਤੀਆਂ ਜਾਣੀਆਂ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਸੱਦਾ ਦਿੱਤਾ ਇਸ ਦੇ ਉੱਤੇ ਸਵਾਲ ਖੜੇ ਨੇ ਕਿ ਆਖਿਰਕਾਰ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਗਰੇਵਾਲ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਅਤੇ ਲਗਾਤਾਰ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਦੱਸ ਸਕਣਗੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂਹਰੇ ਦੋਹੇ ਆਗੂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਰੱਖ ਸਕਣਗੇ ਜੋ ਲਗਾਤਾਰ ਮੰਗਾਂ ਕਿਸਾਨਾਂ ਦੀਆਂ ਨੇ। ਇਹਨਾਂ ਮੰਗਾਂ ਦੇ ਉੱਤੇ ਕੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅੱਗੇ ਖੁੱਲ੍ਹ ਕੇ ਵਿਚਾਰ ਚਰਚਾ ਹੋਏਗੀ ਜਾਂ ਫਿਰ ਉਸੇ ਤਰ੍ਹਾਂ ਜਿਸ ਤਰ੍ਹਾਂ ਕੇਂਦਰੀ ਮੰਤਰੀਆਂ ਦੇ ਨਾਲ ਹੋ ਰਿਹਾ ਉਸੇ ਤਰ੍ਹਾਂ ਦਾ ਇਸ ਬੈਠਕ ਦਾ ਵੀ ਨਤੀਜਾ ਨਿਕਲ ਕੇ ਸਾਹਮਣੇ ਆਵੇਗਾ? ਇਸ ਦੇ ਉੱਤੇ ਸੀਨੀਅਰ ਪੱਤਰਕਾਰ ਸਾਡੇ ਨਾਲ ਮੌਜੂਦ ਨੇ ਸ਼ਰਦ ਵਰਮਾ ਜੀ, ਜੋ ਕਿ ਲੰਮਾ ਸਮਾਂ ਅੰਗਰੇਜ਼ੀ ਦੇ ਅਖਬਾਰਾਂ ਦੇ ਵਿੱਚ ਇਹਨਾਂ ਦਾ ਐਕਟਿਵ ਜਰਨਲਿਜ਼ਮ ਦੇ ਵਿੱਚ ਰੋਲ ਰਿਹਾ। ਇਹਨਾਂ ਦੇ ਉਹ ਜਾਣਦੇ ਕਿ ਆਖਿਰਕਾਰ ਇਸ ਮੀਟਿੰਗ ਨੂੰ ਇਹ ਕਿਸ ਤਰ੍ਹਾਂ ਵੇਖ ਰਹੇ ਨੇ। ਸ਼ਰਦ ਜੀ ਜੀ ਆਇਆਂ ਨੂੰ ਧੰਨਵਾਦ ਜੀ, ਬਹੁਤ ਬਹੁਤ। ਸ਼ਰਦ ਜੀ, ਕਿਸ ਤਰ੍ਹਾਂ ਵੇਖ ਰਹੀ ਹੋ ਜੋ ਅੱਜ ਦੀ ਮੀਟਿੰਗ ਹੈ? ਕੇਂਦਰ ਦੇ ਵੱਡੇ ਮੰਤਰੀ ਨੇ, ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਨਾਲ ਬੈਠਕ ਹੋਣੀ ਹੈ। ਇਸ ਬੈਠਕ ਨੂੰ ਕਿੱਦਾਂ ਵੇਖ ਰਹੇ ਹੋ?
ਗਗਨ ਜੀ, ਮੈਂ ਸਮਝਦਾ ਜੀ ਇਸ ਜੋ ਬੈਠਕ ਹੈਗੀ ਇਸ ਦਾ ਵੀ ਕੋਈ ਸਿੱਟਾ ਨਹੀਂ ਨਿਕਲਣਾ ਹੈਗਾ, ਕਿਉਂਕਿ ਆਪਾਂ ਨੇ ਜੈਨੀ ਸਾਹਿਬ ਦੀ ਸਟੇਟਮੈਂਟ ਸੁਣੀ ਤੇ ਹਰਜੀਤ ਗਰੇਵਾਲ ਜੀ ਦਾ ਵੀ ਮਾਈਂਡਸੈਟ ਆਪਾਂ ਨੂੰ ਪਤਾ ਹੈ ਕਿ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਹੀ ਗਲਤ ਸਮਝਦੇ ਹੈਗੇ ਜੀ, ਕਿ ਵੀ ਉਹ ਕਹਿੰਦੇ ਵੀ ਕਿਸਾਨਾਂ ਨੂੰ ਸਮਝਣ ਦੀ ਲੋੜ ਹੈਗੀ। ਉਹ ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਜੀ, ਜੋ ਕਿਸਾਨ ਬੈਠੇ ਨੇ ਐਜੀਟੇਸ਼ਨ ਤੇ ਜੋ ਸੰਘਰਸ਼ ਕਰ ਰਹੇ ਨੇ, ਕਿ ਉਹ ਉਹਨਾਂ ਦੀ ਸੋਚ ਇਹ ਹੈ ਕਿ ਵੀ ਇਹ ਮਤਲਬ ਕਿ ਜਿੱਦ ਕਰ ਰਹੇ ਨੇ। ਜਿੱਦ ਦੇਖੋ, ਜਿੱਦ ਗਲਤ ਗੱਲ ਕਰਕੇ ਵੀ ਹੋ ਸਕਦੀ ਹੈ। ਮੈਂ ਸਮਝਦਾ ਜੀ ਜੋ ਕਿਸਾਨ ਹੈ ਆਪਣੇ ਜੈਨੂਅਨ ਰਾਈਟ ਦੇ ਲਈ, ਜਿਹੜੇ ਉਹਨਾਂ ਦਾ ਵਾਜਬ ਹੱਕ ਹੈ ਉਹਦੇ ਲਈ ਸੰਘਰਸ਼ ਕਰ ਰਹੇ ਹੈਗੇ। ਅਤੇ ਇੱਕ ਦੂਜੀ ਗੱਲ ਇਹ ਵੀ ਹੈ ਜੀ, ਜੋ ਅੱਜ ਦੀ ਡੇਟ ਦੇ ਵਿੱਚ ਭਾਜਪਾ, ਪੰਜਾਬ ਭਾਜਪਾ ਤਾਂ ਛੱਡੋ ਜੀ, ਜੋ ਕੇਂਦਰ ਦੀ ਭਾਜਪਾ ਹੈ ਉਸ ਦੇ ਵਿੱਚ ਵੀ ਕੋਈ ਇੰਨਾ ਸਟਰੋਂਗ ਲੀਡਰ ਨਹੀਂ ਹੈ ਜੋ ਪ੍ਰਧਾਨ ਮੰਤਰੀ ਸਾਹਿਬ ਨੂੰ ਮਤਲਬ ਕਿ ਇਹ ਗੱਲ ਸਮਝਾ ਸਕੇ ਕਿ ਵੀ ਤੁਸੀਂ ਜੋ ਹੈ ਉਹਨਾਂ ਦੇ ਨਾਲ ਜੋ ਹੈ ਗੱਲਬਾਤ ਕਰੋ ਕਿਸਾਨਾਂ ਦੇ ਨਾਲ। ਦੇਖੋ ਜੀ, ਮੈਂ ਕੱਲ੍ਹ ਸੁਣ ਰਿਹਾ ਸੀਗਾ ਜੀ, ਇੱਕ ਆਮ ਬੀਬੀ ਜੋ ਐਜੀਟੇਸ਼ਨ ਦੇ ਵਿੱਚ ਭਾਗ ਲੈ ਰਹੇ ਨੇ, ਉਹਨਾਂ ਨੇ ਬੜੀ ਵਧੀਆ ਗੱਲ ਕਹੀ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਇੰਨੀ ਦੂਰ ਦੂਰ ਜਾ ਕੇ ਆਪਣੇ ਗੱਲਾਂ ਕਰ ਰਹੇ ਨੇ, ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਦੂਜੀਆਂ ਸਟੇਟਾਂ ਦੇ ਵਿੱਚ। ਉਹ ਦਿੱਲੀ ਦੇ ਵਿੱਚ ਹੀ ਜਿੱਥੇ ਕਿਸਾਨ ਬੈਠੇ ਹੈਗੇ ਜੀ, ਉੱਥੇ ਕਿਉਂ ਨਹੀਂ ਜਾ ਰਹੇ ਹੈਗੇ? ਮਤਲਬ ਕਿ ਵਿਦਿਨ ਸਿਟੀ ਹੈਗੇ, ਮਤਲਬ ਕਿ 10-20 ਕਿਲੋਮੀਟਰ ਲਗਾ ਲਓ ਜੀ, ਇਸ ਤੋਂ ਜ਼ਿਆਦਾ ਨਹੀਂ ਉਹਨਾਂ ਦਾ ਫਾਸਲਾ ਹੋਏਗਾ, ਉੱਥੇ ਕਿਉਂ ਨਹੀਂ ਜਾ ਰਹੇ ਹੈਗੇ? ਕਿਉਂ ਨਹੀਂ ਸਿੱਧੀ ਗੱਲਬਾਤ ਕਰ ਰਹੇ ਹੈਗੇ? ਅਤੇ ਜਿੱਥੇ ਹੁਣ ਜਾਨੀ ਹੋਰਾਂ ਦਾ ਔਰ ਹਰਜੀਤ ਗਰੇਵਾਲ ਹੈਗੇ ਜੀ, ਉਹਨਾਂ ਦਾ ਪਿੱਛੇ ਇੱਕ ਬੜਾ ਕੰਟਰੋਵਰਸ਼ੀਅਲ ਸਟੇਟਮੈਂਟ ਦਿੱਤੀ ਸੀਗੀ ਜੀ, ਇੱਕ ਜੋ ਸੂਝਵਾਨ ਪੋਲੀਟੀਕਲ ਲੀਡਰ ਹੈ ਉਹਨਾਂ ਨੂੰ ਦੇਣੀ ਨਹੀਂ ਚਾਹੀਦੀ। ਮੈਨੂੰ ਨਹੀਂ ਲੱਗਦਾ ਜੀ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਗੱਲ ਸਮਝਾ ਸਕਣਗੇ ਕਿ ਵੀ ਤੁਸੀਂ ਇਸ 'ਤੇ ਵਧੀਆ ਤਰੀਕੇ ਨਾਲ ਗੱਲ ਕਰੋ ਜੀ, ਕਿਉਂਕਿ ਜੋ ਉਹਨਾਂ ਦੀ ਈਗੋ ਹੈ। ਸਰ ਜੀ, ਇੱਥੇ ਮੈਂ ਇੱਕ ਵੱਡਾ ਸਵਾਲ ਜੋ ਖੜਾ ਹੋ ਰਿਹਾ ਇਸ ਮੀਟਿੰਗ ਦੇ ਉੱਤੋਂ ਕਿ ਆਖਰਕਾਰ ਜੇਕਰ ਕੇਂਦਰ ਦੇ ਮੰਤਰੀਆਂ ਦੇ ਨਾਲ ਬੈਠਕ ਹੁੰਦੀ ਆ, ਸੁਰਜੀਤ ਕੁਮਾਰ ਜਿਆਣੀ ਅਤੇ ਇਹਨਾਂ ਦੀ ਹਰਜੀਤ ਗਰੇਵਾਲ ਦੀ ਬੈਠਕ, ਕੀ ਇਹ ਆਪਣੀ ਮੰਗ ਰੱਖ ਸਕਣਗੇ ਕਿ ਕਿਸਾਨਾਂ ਦਾ ਜੋ ਪੰਜਾਬ ਦੇ ਵਿੱਚ ਇਸ ਵਕਤ ਹਾਲਾਤ ਨੇ, ਜੋ ਲਗਾਤਾਰ ਇਸ ਦੁਨੀਆ ਤੋਂ ਰੁਖਸਤ ਧਰਨੇ ਦੇ ਉੱਤੇ ਬੈਠੇ ਕਿਸਾਨ ਹੋ ਰਹੇ ਨੇ, ਕਿ ਉਹ ਗੱਲ ਦੀ ਸੱਚਾਈ ਰੱਖ ਸਕਣਗੇ ਇਹ ਉਹਨਾਂ ਦੇ ਸਾਹਮਣੇ? ਮੈਨੂੰ ਨਹੀਂ ਲੱਗਦਾ ਜੀ। ਦੇਖੋ, ਜਿਆਨੀ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਸਭ ਕੁਝ ਪਤਾ ਹੈਗਾ, ਕਿ ਵੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਵੀ ਪ੍ਰੈਸ ਨੇ ਪੁੱਛਿਆ ਕਿ ਵੀ ਤੁਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਜੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਓਗੇ ਕਿ ਨਹੀਂ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਸਭ ਕੁਝ ਪਤਾ ਹੈਗਾ। ਇਹ ਗੱਲ ਸਹੀ ਵੀ ਹੈ ਜੀ, ਉਹਨਾਂ ਨੂੰ ਸਭ ਕੁਝ ਪਤਾ ਹੈਗਾ। ਉਹ ਇਹ ਨਹੀਂ ਹੈ ਕਿ ਵੀ ਦੇਖੋ, ਇੱਕ ਆਮ ਬੱਚੇ ਨੂੰ ਵੀ ਪਤਾ ਹੈ ਜੀ, ਉਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਹੈਗੇ, ਉਹਨਾਂ ਨੂੰ ਹੋਰ ਜ਼ਿਆਦਾ ਪਤਾ ਹੈ ਕਿ ਉਹਨਾਂ ਕੋਲ ਇੰਟੈਲੀਜੈਂਸ ਵੀ ਹੈ ਜੀ। ਇਹ ਤਾਂ ਖੈਰ ਮੁੱਦਾ ਇੰਨਾ ਵੱਡਾ ਜੀ ਵਰਲਡ ਦੇ ਵਿੱਚ ਹਾਈਲਾਈਟ ਹੋ ਰਿਹਾ ਹੈਗਾ ਅਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਹੈਗਾ, ਪਰ ਉਹ ਕਿਉਂ ਨਹੀਂ ਆ ਰਹੇਗੇ ਇਹ ਵੀ ਆਪਾਂ ਨੂੰ ਸਮਝਣਾ ਪਏਗਾ ਜੀ, ਕਿਉਂ ਨਹੀਂ ਆ ਰਹੇ। ਔਰ ਬੀਜੇਪੀ ਦੇ ਵਿੱਚ ਮੈਂ ਫਿਰ ਦੁਬਾਰਾ ਇਹੀ ਗੱਲ ਕਹੂੰਗਾ ਜੀ, ਕਿ ਸਟੇਟ ਨੂੰ ਤਾਂ ਛੱਡੋ ਜੀ, ਸੈਂਟਰ ਦੇ ਵਿੱਚ ਕੋਈ ਇੱਦਾਂ ਦਾ ਲੀਡਰ ਨਹੀਂ ਹੈ ਜੋ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਗੱਲ ਸਮਝਾ ਸਕੇ ਕਿ ਵੀ ਤੁਹਾਨੂੰ ਇਹਨਾਂ ਦੀ ਜੋ ਗੱਲ ਹੈ ਸੁਣਨੀ ਪਏਗੀ ਅਤੇ ਕਿਤੇ ਵਿਚਾਰ ਕਰਨਾ ਪਵੇਗਾ। ਕਿਉਂਕਿ ਇਹਨਾਂ ਨੇ ਜੋ ਮੋਟੇ ਤੌਰ 'ਤੇ ਮਾਈਂਡ ਸੈੱਟ ਬਣਾਇਆ ਹੋਇਆ ਜੀ ਵੀ ਕਿਸਾਨ ਜੋ ਹੈ ਜੀ ਅੜੇ ਹੋਏ ਹੈ ਜੀ। ਉਹ ਦੇਖੋ ਬਾਰ-ਬਾਰ ਉਹੀ ਗੱਲ ਕਹਿੰਦੇ ਜੀ ਅਸੀਂ ਸੌਦਾ ਕਰਨ ਨੂੰ ਤਿਆਰ ਹਾਂ ਜੀ। ਸੌਦਾ ਦੀ ਤਾਂ ਕਦੀ ਉਹਨਾਂ ਦੀ ਡਿਮਾਂਡ ਰਹੀ ਨਹੀਂ ਜੀ। ਉਹ ਤਾਂ ਇਹੀ ਗੱਲ ਕਹਿੰਦੇ ਕਿ ਵੀ ਕਾਨੂੰਨ ਰੱਦ ਕਰੋ ਜੀ, ਠੀਕ ਹੈ ਨਾ। ਇਹੀ ਸਮਝਦੇ ਹੈਗੇ ਜੀ ਇਹ ਕਿ ਵੀ ਜੋ ਕਿਸਾਨ ਹੈਗੇ ਜੀ ਉਹ ਜਿੱਦ ਤੇ ਅੜੇ ਹੋਏ। ਜਿੱਦ ਮੈਂ ਪਹਿਲਾਂ ਵੀ ਕਿਹਾ ਜੀ ਵੀ ਜਿੱਦ ਗਲਤ ਗੱਲ ਕਰਕੇ ਵੀ ਹੋ ਸਕਦੀ, ਪਰ ਇੱਥੇ ਇਹਨਾਂ ਦਾ ਜੋ ਹੈ ਆਪਣਾ ਵਾਜਬ ਹੱਕ ਵਾਸਤੇ ਜਿੱਦ ਕਰ ਰਹੇ ਹੈ ਕਿ ਉਸ 'ਚ ਮੈਂ ਕੋਈ ਗਲਤ ਨਹੀਂ ਸਮਝਦਾ ਹੈਗਾ। ਬਿਲਕੁਲ 50 ਦੇ ਕਰੀਬ ਜਾਨਾਂ ਜਾ ਚੁੱਕੀਆਂ ਨੇ। ਮੈਨੂੰ ਲੱਗਦਾ ਕਿ ਜਿੱਦ ਐਡੀ ਲੰਬੀ ਨਹੀਂ ਚੱਲਦੀ ਹੁੰਦੀ ਜੇ ਜਿੱਦ ਹੁੰਦੀ। ਸੋ ਹੱਕਾਂ ਦੀ ਗੱਲ ਉੱਥੇ ਕਿਸਾਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ। ਸੋ ਕੇਂਦਰ ਸਰਕਾਰ ਦੇ ਵੱਲੋਂ ਆਪਣੇ ਪੱਖ ਰੱਖੇ ਜਾ ਰਹੇ ਨੇ। ਕੱਲ੍ਹ ਦੀ ਬੇਸਿੱਟਾ ਰਹੀ ਮੀਟਿੰਗ ਤੇ ਅੱਜ ਦੀ ਇਹਨਾਂ ਆਗੂਆਂ ਦੀ ਮੀਟਿੰਗ ਪ੍ਰਧਾਨ ਮੰਤਰੀ, ਇਹਨਾਂ ਦੋਹਾਂ ਦੇ ਵਿੱਚ ਕੀ ਕਨੈਕਸ਼ਨ ਲੱਗ ਰਿਹਾ ਤੁਹਾਨੂੰ? ਦੇਖੋ ਜੀ, ਮੈਨੂੰ ਲੱਗਦਾ ਜੀ ਸਰਕਾਰ ਨੂੰ ਇਹ ਤਾਂ ਸਮਝ ਆ ਗਿਆ ਹੋਣਾ ਜੀ ਵੀ ਹੁਣ ਕਿਸਾਨ ਜੋ ਹੈਗੇ ਕਿ 40-42 ਦਿਨ ਹੋ ਗਏ ਜੀ ਹਾਲੇ ਤੱਕ ਬੈਠੇ ਹੋਏਗੇ ਇੰਨੇ ਐਸੇ ਮੌਸਮ ਦੇ ਵਿੱਚ, ਜਦੋਂ ਕਿ ਆਪਾਂ ਨੂੰ ਥੋੜ੍ਹੀ ਦੇਰ ਲਈ ਵੀ ਬਾਹਰ ਰਹਿਣਾ ਬੜਾ ਮੁਸ਼ਕਿਲ ਲੱਗਦਾ ਹੈਗਾ। ਅਤੇ ਜੇ ਉਸ ਦੇ ਬਾਵਜੂਦ ਵੀ ਉਹ ਡਟੇ ਹੋਏ ਹੈਗੇ, ਉਹਨਾਂ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਸਮਝਣਾ ਪਏਗਾ ਜੀ। ਜਦੋਂ ਬੰਦਾ ਇਸ ਹੱਦ ਤੱਕ ਸੰਘਰਸ਼ 'ਤੇ ਆ ਜਾਂਦਾ ਕਿ ਬਹੁਤ ਜਦੋਂ ਤੰਗ ਹੁੰਦਾ ਜੀ, ਉਸੇ ਟਾਈਮ ਇਸ ਲੈਵਲ 'ਤੇ ਸੰਘਰਸ਼ ਕਰਦਾ ਹੈਗਾ ਬੰਦਾ। ਅਤੇ ਇਹਨਾਂ ਨੂੰ ਚਾਹੀਦਾ ਹੈਗਾ ਕਿ ਵੀ ਅਗਲੀ ਮੀਟਿੰਗ ਦੇ ਵਿੱਚ ਕੁਛ ਨਾ ਕੁਛ ਇਹਦਾ ਸੋਲਿਡ ਕਿਸਾਨ ਪੱਖੀ ਇਹਨਾਂ ਨੂੰ ਚਾਹੀਦਾ ਜੀ, ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਇੱਦਾਂ ਦਾ ਫੈਸਲਾ ਲੈਣਾ ਚਾਹੀਦਾ ਹੈਗਾ। ਮੈਂ ਇਹ ਸਮਝਦਾ ਜੀ। ਸੋ ਬਿਲਕੁਲ, ਜੇ ਗੱਲ ਕਰੀਏ ਅੱਜ ਦੀ ਬੈਠਕ ਦੇ ਉੱਤੋਂ, ਹਾਲਾਂਕਿ ਜਿਸ ਤਰ੍ਹਾਂ ਜੋ ਐਕਸਪਰਟਸ ਦੀ ਰਾਏ ਆ ਰਹੀ ਹੈ ਜਾਂ ਬੁੱਧੀਜੀਵੀਆਂ ਦੀ ਗੱਲ, ਉਹਨਾਂ ਦਾ ਕਹਿਣਾ ਕਿ ਅੱਜ ਦੀ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਿਕਲਣ ਵਾਲਾ ਨਹੀਂ ਹੈ। ਹਾਲਾਂਕਿ ਇਸ
ਇਸ ਮੀਟਿੰਗ ਨੂੰ ਸਿਰਫ ਖਬਰ ਬਣਾਇਆ ਜਾ ਰਿਹਾ, ਪਰ ਇਸ ਦੇ ਵਿੱਚੋਂ ਨਿਕਲੇਗਾ ਨਹੀਂ ਕੁਝ ਵੀ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਮੀਟਿੰਗ ਤੋਂ ਕੁਝ ਨਿਕਲੇ ਤੇ ਸੁਰਜੀਤ ਕੁਮਾਰ ਜਿਆਣੀ ਵਧੀਆ ਲੀਡਰ ਮੰਨੇ ਜਾਂਦੇ ਨੇ, ਕਿਉਂਕਿ ਜਦੋਂ ਕਿਸਾਨਾਂ ਦਾ ਲਗਾਤਾਰ ਸੰਘਰਸ਼ ਚੱਲ ਰਿਹਾ ਸੀ ਤਾਂ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਦੇ ਵਿੱਚ ਜੋ ਅਹਿਮ ਰੋਲ ਸੀ ਉਹ ਸੁਰਜੀਤ ਕੁਮਾਰ ਜਿਆਣੀ ਨੇ ਨਿਭਾਇਆ। ਸਭ ਤੋਂ ਪਹਿਲਾਂ ਜੇਕਰ ਭਾਜਪਾ ਦੇ ਕਿਸੇ ਆਗੂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੇ ਲਈ ਗੱਲ ਕਹੀ ਤਾਂ ਉਸ ਦੇ ਵਿੱਚ ਸੁਰਜੀਤ ਕੁਮਾਰ ਜਿਆਣੀ ਦਾ ਨਾਮ ਸੀ। ਇਸ ਕਰਕੇ ਸੁਰਜੀਤ ਕੁਮਾਰ ਜਿਆਣੀ ਨੂੰ ਕਿਸਾਨ ਇੱਕ ਵਧੀਆ ਲੀਡਰ ਦੇ ਤੌਰ ਦੇ ਉੱਤੇ ਵੀ ਵੇਖਦੇ ਨੇ। ਸੋ ਉਮੀਦ ਕਰਦੇ ਹਾਂ ਕਿ ਸੁਰਜੀਤ ਕੁਮਾਰ ਜਿਆਣੀ ਇਸ ਵਾਰ ਵੀ ਕੁਝ ਅਜਿਹੀ ਗੱਲ ਕਰਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸ ਸਕਣ ਕਿ ਲਗਾਤਾਰ ਬਾਰਡਰ ਦੇ ਉੱਤੇ ਬੈਠੇ ਕਿਸਾਨ ਇਸ ਦੁਨੀਆ ਤੋਂ ਰੁਖਸਤ ਹੋ ਰਹੇ ਨੇ, ਉਹਨਾਂ ਦੀਆਂ ਜਾਨਾਂ ਜਾ ਰਹੀਆਂ ਨੇ। 16 ਸਾਲ ਦੇ 18 ਸਾਲ ਦੇ ਇਸ ਦੇਸ਼ ਦੇ ਨੌਜਵਾਨ ਜਿਨ੍ਹਾਂ ਨੇ ਅੱਗੇ ਜਾ ਕੇ ਇਸ ਦੇਸ਼ ਦੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣਾ ਹੈ, ਉਹਨਾਂ ਨੌਜਵਾਨਾਂ ਦੀਆਂ ਜਾਨਾਂ ਉਹਨਾਂ ਬਾਰਡਰਾਂ ਦੇ ਉੱਤੇ ਜਾ ਰਹੀਆਂ ਨੇ। ਇੱਕ ਪਾਸੇ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਡਟੇ ਨੇ, ਦੂਜੇ ਪਾਸੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਨੌਜਵਾਨ ਨੇ। ਸੋ ਅੱਜ ਦੀ ਮੀਟਿੰਗ ਤੋਂ ਉਮੀਦ ਕਰਾਂਗੇ ਕਿ ਪ੍ਰਧਾਨ ਮੰਤਰੀ ਸਾਹਿਬ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਇਹਨਾਂ ਭਾਜਪਾ ਆਗੂਆਂ ਦੇ ਹੱਥ ਹੀ ਸੁਨੇਹਾ ਭੇਜ ਦੇਣ ਤਾਂ ਜੋ ਸਾਡੇ ਕਿਸਾਨਾਂ ਨੂੰ ਕੋਈ ਤਾਂ ਸੁੱਖ ਦਾ ਸਾਹ ਆ ਜਾਵੇ, ਕਿਉਂਕਿ ਕਿਸਾਨ ਅੱਗੇ ਐਜੀਟੇਸ਼ਨ ਨੂੰ ਹੋਰ ਤੇਜ਼ ਕਰਨ ਦੀ ਸੋਚ ਰਹੇ ਨੇ। ਹਾਲਾਂਕਿ ਐਲਾਨ ਕੀਤੇ ਹੋਏ ਨੇ, ਕੱਲ੍ਹ ਤੋਂ ਉਹਨਾਂ ਐਲਾਨਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਅਮਲ ਕੀਤਾ ਜਾਣਾ ਹੈ। ਹਾਲਾਂਕਿ ਅੱਜ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਵੀ ਇਸ ਦੇ ਉੱਤੇ ਸੁਣਵਾਈ ਹੈ, ਅਦਾਲਤ ਦੇ ਵਿੱਚੋਂ ਕੀ ਕੁਝ ਹੋਵੇਗਾ ਉਸ 'ਤੇ ਵੀ ਨਿਗਾਹਾਂ ਰੱਖਾਂਗੇ। ਪਰ ਅੱਜ ਦੀ ਮੀਟਿੰਗ ਤੋਂ ਉਮੀਦਾਂ ਦੇ ਨਾਲ ਇਜਾਜ਼ਤ ਲਵਾਂਗੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਸੁਰਜੀਤ ਕੁਮਾਰ ਜਿਆਣੀ ਖਾਸ ਕਰਕੇ ਵੱਡਾ ਅਹਿਮ ਰੋਲ ਨਿਭਾ ਕੇ ਇਸ ਮੀਟਿੰਗ ਦੇ ਵਿੱਚੋਂ ਵਾਪਸ ਪਰਤਣ। ਬਹੁਤ ਬਹੁਤ ਧੰਨਵਾਦ।